ਇੱਕ ਸਮੇਂ ਸਾਡੀ ਦੁਨੀਆ ਵਿੱਚ ਡਾਇਨਾਸੌਰ ਦਾ ਰਾਜ ਸੀ। ਉਹ ਚੱਲਦੇ ਸੀ ਜਿੱਥੇ ਅੱਜ ਅਸੀਂ ਚੱਲ ਰਹੇ ਹਾਂ। ਇਸੇ ਹਵਾ ਵਿੱਚ ਸਾਹ ਲਏ ਅਤੇ ਲੜਾਈਆਂ ਲੜੀਆਂ। ਇਨ੍ਹਾਂ ਵਿਸ਼ਾਲ ਡਾਇਨਾਸੌਰ ਨੇ ਲਗਭਗ 14 ਕਰੋੜ ਸਾਲ ਤੱਕ ਸਾਡੀ ਧਰਤੀ 'ਤੇ ਰਾਜ ਕੀਤਾ। ਇਨ੍ਹਾਂ ਦੀਆਂ ਕਈ ਪ੍ਰਕਾਰ ਦੀਆਂ ਕਿਸਮਾਂ ਸਨ। ਕਈ ਸ਼ਾਕਾਹਾਰੀ ਸਨ ਅਤੇ ਕਈ ਮਾਸਾਹਾਰੀ ਸਨ। ਪਰ ਫਿਰ ਅਜਿਹਾ ਕੀ ਹੋਇਆ ਕਿ ਇਨ੍ਹਾਂ ਦਾ ਸਾਰੀ ਧਰਤੀ ਤੋਂ ਨਾਮ ਨਿਸ਼ਾਨ ਹੀ ਮਿਟ ਗਿਆ? ਇਹ ਸਭ ਜਾਣਨ ਲਈ ਸਾਨੂੰ ਡਾਇਨਾਸੌਰ ਦੇ ਉਸ ਅੰਤਿਮ ਦਿਨ ਨੂੰ ਕਰੀਬ ਨਾਲ ਦੇਖਣਾ ਹੋਵੇਗਾ। ਤਾਂ ਆਓ ਚੱਲੀਏ ਅੱਜ ਤੋਂ 6 ਕਰੋੜ 50 ਲੱਖ ਸਾਲ ਪਹਿਲਾਂ। ਅੱਜ ਤੋਂ ਲਗਭਗ 6 ਕਰੋੜ 50 ਲੱਖ ਸਾਲ ਪਹਿਲਾਂ ਧਰਤੀ 'ਤੇ ਮੌਸਮ ਆਮ ਵਾਂਗ ਸੀ। ਡਾਇਨਾਸੌਰ ਆਪਣੀ ਜ਼ਿੰਦਗੀ ਆਰਾਮ ਨਾਲ ਬਤੀਤ ਕਰ ਰਹੇ ਸਨ। 10 ਕਰੋੜ ਸਾਲ ਪਹਿਲਾਂ ਹੀ ਇਨ੍ਹਾਂ ਦੀ ਕਿਸਮਤ ਲਿਖੀ ਜਾ ਚੁੱਕੀ ਸੀ। 10 ਕਰੋੜ ਸਾਲ ਪਹਿਲਾਂ ਐਸਟਰੋਇਡ ਦਾ ਇੱਕ ਟੁਕੜਾ ਜੋ ਦੂਰ ਬ੍ਰਹਿਮੰਡ ਤੋਂ ਆ ਰਿਹਾ ਸੀ, ਉਹ ਧਰਤੀ ਤੋਂ ਲਗਭਗ 20 ਕਰੋੜ ਮੀਲ ਦੂਰ ਮੰਗਲ ਅਤੇ ਬ੍ਰਹਿਸਪਤੀ ਦੇ ਵਿੱਚ ਬਣੇ ਸ਼ੂਦਰ ਗ੍ਰਹਿ ਬੈਲਟ ਵਿੱਚ ਘੁੰਮ ਰਹੇ ਇੱਕ ਵੱਡੇ ਐਸਟਰੋਇਡ ਦੇ ਨਾਲ ਜਾ ਟਕਰਾਉਂਦਾ ਹੈ। ਇਸ ਟੱਕਰ ਦੇ ਕਾਰਨ ਵੱਡੇ ਐਸਟਰੋਇਡ ਦੀ ਦਿਸ਼ਾ ਬਦਲ ਜਾਂਦੀ ਹੈ ਅਤੇ ਉਹ ਸ਼ੂਦਰ ਗ੍ਰਹਿ ਬੈਲਟ ਵਿੱਚੋਂ ਨਿਕਲ ਕੇ ਸਿੱਧਾ ਧਰਤੀ ਵੱਲ 22,000 ਮੀਲ ਪ੍ਰਤੀ ਘੰਟਾ ਦੀ ਸਪੀਡ ਨਾਲ ਵਧਣ ਲੱਗਦਾ ਹੈ। ਜਦੋਂ ਇਹ ਐਸਟਰੋਇਡ ਧਰਤੀ ਤੋਂ 3,84,000 ਕਿਲੋਮੀਟਰ ਦੀ ਦੂਰੀ 'ਤੇ ਸੀ ਤਾਂ ਧਰਤੀ ਤੋਂ ਸ਼ਾਇਦ ਡਾਇਨਾਸੌਰ ਦਾ ਅੰਤ ਨਾ ਹੁੰਦਾ ਅਤੇ ਇਹ ਐਸਟਰੋਇਡ ਚੰਦਰਮਾ ਨਾਲ ਜਾ ਟਕਰਾਉਂਦਾ। ਪਰ ਇਹ ਚੰਨ ਤੋਂ ਬਹੁਤ ਪਾਸ ਦੀ ਲੰਘ ਗਿਆ। 40 ਕਿਲੋਮੀਟਰ ਵਿਆਸ ਵਾਲਾ 2 ਟ੍ਰਿਲੀਅਨ ਮੈਟ੍ਰਿਕ ਟਨ ਦਾ ਇਹ ਐਸਟਰੋਇਡ ਪ੍ਰਤੀ ਸਕਿੰਟ ਨਾਲ ਸਾਡੀ ਧਰਤੀ ਵੱਲ ਵਧ ਰਿਹਾ ਸੀ। ਇਹ ਐਸਟਰੋਇਡ ਜਦੋਂ ਧਰਤੀ ਦੇ ਵਾਤਾਵਰਣ ਦੇ ਸੰਪਰਕ ਵਿੱਚ ਆਇਆ ਤਾਂ ਇਸ ਦੀ ਰਫ਼ਤਾਰ 70,000 ਕਿਲੋਮੀਟਰ ਪ੍ਰਤੀ ਘੰਟਾ ਹੋ ਗਈ। ਧਰਤੀ ਦੇ ਵਾਯੂਮੰਡਲ ਵਿੱਚ ਵੜਦੇ ਹੀ ਰਗੜ ਦੇ ਕਾਰਨ ਇਹ ਇੱਕ ਭਿਆਨਕ ਅੱਗ ਦੇ ਗੋਲੇ ਵਿੱਚ ਬਦਲ ਗਿਆ। ਇਹ ਇੰਨੀ ਤੇਜ਼ੀ ਨਾਲ ਧਰਤੀ ਦੇ ਵੱਲ ਵਧ ਰਿਹਾ ਸੀ ਕਿ ਸਿਰਫ 4 ਮਿੰਟ ਵਿੱਚ ਹੀ ਇਸਨੇ ਅਟਲਾਂਟਿਕ ਓਸ਼ੀਅਨ ਪਾਰ ਕਰ ਲਿਆ। ਇਸ ਦੀ ਚਮਕ ਇੰਨੀ ਜ਼ਿਆਦਾ ਸੀ ਕਿ ਧਰਤੀ ਨਾਲ ਟਕਰਾਉਣ ਤੋਂ ਪਹਿਲਾਂ ਹੀ ਹਜ਼ਾਰਾਂ ਜੀਵ ਇਸ ਅੱਗ ਦੇ ਗੋਲੇ ਨੂੰ ਦੇਖ ਕੇ ਅੰਨ੍ਹੇ ਹੋ ਗਏ ਸਨ। ਇਹ ਜੀਵ ਉਸ ਉਲਕਾ ਨੂੰ ਦੇਖ ਨਹੀਂ ਪਾ ਰਹੇ ਸਨ, ਪਰ ਉਸ ਦੀ ਭਿਆਨਕ ਗਰਮੀ ਨੂੰ ਮਹਿਸੂਸ ਕਰ ਰਹੇ ਸਨ। ਕੁਝ ਹੀ ਮਿੰਟਾਂ ਵਿੱਚ ਇਹ ਐਸਟਰੋਇਡ ਮੈਕਸੀਕੋ ਦੀ ਖਾੜੀ ਦੇ ਕੋਲ ਜ਼ਮੀਨ ਨਾਲ ਜਾ ਟਕਰਾਉਂਦਾ ਹੈ ਅਤੇ ਲਗਭਗ 35,000 ਡਿਗਰੀ ਸੈਲਸੀਅਸ ਦੀ ਊਰਜਾ ਵਾਲਾ ਇੱਕ ਭਿਆਨਕ ਵਿਸਫੋਟ ਹੁੰਦਾ ਹੈ। ਇਸ ਟਕਰਾਅ ਦਾ ਵਿਸਫੋਟ ਲਗਭਗ 10 ਪਰਮਾਣੂ ਬੰਬਾਂ ਦੇ ਬਰਾਬਰ ਸੀ। ਇਹ ਵਿਸਫੋਟ ਇੰਨਾ ਸ਼ਕਤੀਸ਼ਾਲੀ ਸੀ ਕਿ ਇਸ ਦੇ ਟਕਰਾਉਂਦੇ ਹੀ ਧਰਤੀ ਦੀ ਲੱਖਾਂ ਟਨ ਧਾਤੂ ਬ੍ਰਹਿਮੰਡ ਵਿੱਚ ਚਲੀ ਗਈ ਤੇ ਟਕਰਾਉਣ ਵਾਲੀ ਥਾਂ 'ਤੇ 180 ਕਿਲੋਮੀਟਰ ਚੌੜਾ ਤੇ 20 ਕਿਲੋਮੀਟਰ ਡੂੰਘਾ ਟੋਆ ਪੈ ਗਿਆ। ਇਸ ਵਿਸਫੋਟ ਦੇ ਕਾਰਨ ਇਸ ਟੋਏ ਦਾ ਸਾਰਾ ਮੈਟਲ, ਪੱਥਰ ਧੂੜ ਦੇ ਬੱਦਲ ਵਿੱਚ ਬਦਲ ਗਿਆ। 16 ਮਿੰਟ 40 ਸਕਿੰਟ ਬਾਅਦ ਟਕਰਾਅ ਦੇ ਕਾਰਨ ਧਰਤੀ ਦੇ ਅੰਦਰ ਚਾਰੇ ਪਾਸੇ 11.1 ਤੀਬਰਤਾ ਦੀ ਭੂਚਾਲ ਤਰੰਗਾਂ ਵਾਲਾ ਭੂਚਾਲ ਆਉਣ ਲੱਗਾ। ਇਸ ਕਾਰਨ ਸਮੁੰਦਰ ਵਿੱਚ ਸੁਨਾਮੀ ਆ ਗਈ। ਭੂਚਾਲ ਕਾਰਨ ਸਾਰੇ ਕਿਰਿਆਸ਼ੀਲ ਜਵਾਲਾਮੁਖੀ ਵਿੱਚ ਵਿਸਫੋਟ ਹੋਣ ਲੱਗ ਪਿਆ, ਜਿਸ ਕਾਰਨ ਥਾਂ-ਥਾਂ ਡਾਇਨਾਸੌਰ ਦਾ ਵਿਨਾਸ਼ ਸ਼ੁਰੂ ਹੋ ਗਿਆ। ਧਰਤੀ ਦੇ ਮਹਾਵਿਨਾਸ਼ ਦੀ ਕਿਰਿਆ ਸ਼ੁਰੂ ਹੋ ਗਈ। ਇਸ ਵਿਸਫੋਟ ਕਾਰਨ ਰੇਡੀਏਸ਼ਨ ਦੀ ਮਾਤਰਾ ਇੰਨੀ ਜ਼ਿਆਦਾ ਸੀ ਕਿ ਇਸ ਦੇ ਸੰਪਰਕ ਵਿੱਚ ਆਉਣ ਵਾਲੇ ਜੀਵ ਪੂਰੀ ਤਰ੍ਹਾਂ ਸੁਆਹ ਹੋ ਗਏ। ਇਸ ਮਹਾਵਿਨਾਸ਼ ਵਿੱਚ ਉੱਡਣ ਵਾਲੇ ਡਾਇਨਾਸੌਰ ਜ਼ਮੀਨੀ ਖਤਰਿਆਂ ਤੋਂ ਤਾਂ ਬਚ ਗਏ ਸਨ, ਪਰ ਇਹ ਤਾਂ ਮਹਾਵਿਨਾਸ਼ ਦੀ ਸਿਰਫ ਸ਼ੁਰੂਆਤ ਸੀ। ਵਿਸਫੋਟ ਕਾਰਨ ਲੱਖਾਂ ਟਨ ਮੈਟਲ, ਪੱਥਰ ਅਤੇ ਧੂੜ ਬ੍ਰਹਿਮੰਡ ਵਿੱਚ ਗਏ ਸੀ। ਉਹ ਗ੍ਰੈਵੀਟੇਸ਼ਨਲ ਪੁੱਲ ਦੇ ਕਾਰਨ ਠੀਕ 40 ਮਿੰਟ ਬਾਅਦ
ਅੱਗ ਦੇ ਗੋਲਿਆਂ ਦੇ ਰੂਪ ਵਿੱਚ ਧਰਤੀ 'ਤੇ ਡਿੱਗਣ ਲੱਗੇ ਤੇ ਨਾਲ ਹੀ ਧੂੜ ਦਾ ਇੱਕ ਬਹੁਤ ਵੱਡਾ ਤੂਫਾਨ 6000 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਧਰਤੀ ਦੇ ਦੂਜੀ ਤਰਫ ਤੋਂ ਮੌਤ ਲੈ ਕੇ ਆ ਰਿਹਾ ਸੀ, ਜਿਸ ਕਾਰਨ ਧਰਤੀ ਉੱਪਰ ਸੂਰਜ ਦੀ ਰੌਸ਼ਨੀ ਦਾ ਪਹੁੰਚਣਾ ਮੁਸ਼ਕਿਲ ਹੋ ਗਿਆ। ਗਰਮ ਹਵਾ ਦਾ ਤਾਪਮਾਨ 100 ਡਿਗਰੀ ਤੋਂ ਜ਼ਿਆਦਾ ਹੋਣ ਲੱਗਾ। ਧਰਤੀ 'ਤੇ ਪੇੜ ਪੌਦਿਆਂ ਦੀਆਂ ਲਗਭਗ ਸਾਰੀਆਂ ਕਿਸਮਾਂ ਜਲ ਕੇ ਸੁਆਹ ਹੋ ਗਈਆਂ। ਵਿਸਫੋਟ ਦੇ ਲਗਭਗ 90 ਮਿੰਟ ਬਾਅਦ ਧਰਤੀ ਦਾ ਤਾਪਮਾਨ 200 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜਿਸ ਕਾਰਨ ਜੋ ਡਾਇਨਾਸੌਰ ਇਸ ਵਿਸਫੋਟ ਤੋਂ ਹਜ਼ਾਰਾਂ ਮੀਲ ਦੂਰ ਸਨ, ਉਹ ਵੀ ਗਰਮੀ ਦੇ ਕਾਰਨ ਨਾ ਬਚ ਸਕੇ। ਇਸ ਮਹਾਵਿਨਾਸ਼ ਕਾਰਨ ਧਰਤੀ ਦੇ ਕੁੱਲ 90% ਆਬਾਦੀ ਪੂਰੀ ਤਰ੍ਹਾਂ ਖਤਮ ਹੋ ਗਈ ਅਤੇ ਜੋ 10% ਜੀਵ ਬਚ ਗਏ ਸੀ, ਉਹਨਾਂ ਵਿੱਚੋਂ ਸਿਰਫ ਉਹੀ ਜੀਵ ਜਿਉਂਦੇ ਰਹਿ ਸਕੇ ਜਿਨ੍ਹਾਂ ਦਾ ਵੇਟ 30 ਕਿਲੋਗ੍ਰਾਮ ਤੋਂ ਘੱਟ ਸੀ, ਕਿਉਂਕਿ ਧਰਤੀ 'ਤੇ ਸਾਰੇ ਪੇੜ ਪੌਦੇ ਖਤਮ ਹੋ ਗਏ ਸਨ, ਜਿਸ ਕਾਰਨ ਜੋ ਵੱਡੇ ਜੀਵ ਬਚ ਗਏ ਸਨ ਉਹ ਭੋਜਨ ਦੀ ਕਮੀ ਕਾਰਨ ਮਰ ਗਏ। ਪਰ ਇਹ ਪਰਲੋ ਕਿਸੇ ਲਈ ਵਰਦਾਨ ਵੀ ਸਾਬਿਤ ਹੋਈ। ਧਰਤੀ 'ਤੇ ਡਾਇਨਾਸੌਰ ਦਾ ਅੰਤ ਇੱਕ ਛੋਟੀ ਪ੍ਰਜਾਤੀ ਦੇ ਲਈ ਸੁਨਹਿਰਾ ਮੌਕਾ ਲੈ ਕੇ ਆਇਆ। ਇਹ ਜਾਤੀ ਸੀ ਮੈਮਲਸ ਦੀ। ਮੈਮਲਸ ਮਤਲਬ ਥਣਧਾਰੀ ਜੀਵ। ਇਹਨਾਂ ਨੇ ਖੁਦ ਨੂੰ ਇਸ ਮਹਾਵਿਨਾਸ਼ ਤੋਂ ਬਚਾ ਲਿਆ। ਭਿਆਨਕ ਗਰਮੀ ਤੋਂ ਬਚਣ ਲਈ ਇਹ ਜ਼ਮੀਨ ਦੇ ਅੰਦਰ ਜਾ ਕੇ ਰਹਿਣ ਲੱਗੇ ਅਤੇ ਸਭ ਕੁਝ ਖਾਣ ਲੱਗੇ। ਇਹਨਾਂ ਭਿਆਨਕ ਪਰਲੋ ਤੋਂ ਬਾਅਦ ਧਰਤੀ ਫਿਰ ਹੌਲੀ ਹੌਲੀ ਨਾਰਮਲ ਹੋਣ ਲੱਗੀ। ਫਿਰ ਤੋਂ ਨਵੇਂ ਪੇੜ ਪੌਦੇ ਉੱਗਣ ਲੱਗੇ ਅਤੇ ਧਰਤੀ 'ਤੇ ਜੋ ਜੀਵ ਬਚ ਗਏ ਸੀ, ਉਹਨਾਂ ਨੇ ਅਡੈਪਟੇਸ਼ਨ ਰੇਡੀਏਸ਼ਨ ਕਾਰਨ ਨਵੀਆਂ ਪ੍ਰਜਾਤੀਆਂ ਦੇ ਵਿੱਚ ਰੂਪ ਲੈਣਾ ਸ਼ੁਰੂ ਕਰ ਦਿੱਤਾ। ਲਗਭਗ 5.5 ਕਰੋੜ ਸਾਲ ਪਹਿਲਾਂ ਬਾਂਦਰ ਵਰਗੀ ਇੱਕ ਪ੍ਰਜਾਤੀ ਹੋਂਦ ਵਿੱਚ ਆਈ, ਜਿਸ ਦੀਆਂ ਅੱਖਾਂ ਅੱਗੇ ਵੱਲ ਸਨ। ਫਿਰ ਉਹ ਜੀਵ ਧਰਤੀ 'ਤੇ ਹੋਂਦ ਵਿੱਚ ਆਏ ਜੋ 4 ਪੈਰਾਂ ਦੀ ਥਾਂ 'ਤੇ 2 ਪੈਰਾਂ 'ਤੇ ਖੜ੍ਹੇ ਹੋ ਸਕਦੇ ਸਨ। ਹੁਣ ਹੌਲੀ ਹੌਲੀ ਧਰਤੀ ਦੇ ਵਾਤਾਵਰਣ ਵਿੱਚ ਲਗਾਤਾਰ ਬਦਲਾਵ ਹੋ ਰਹੇ ਸਨ। ਧਰਤੀ ਦੇ ਟੈਕਟੋਨਿਕ ਪਲੇਟਸ ਵਿੱਚ ਹਲਚਲ ਹੋਣ ਲੱਗ ਪਈ, ਜੋ ਧਰਤੀ ਦੇ 2 ਵੱਡੇ ਮਹਾਂਦੀਪਾਂ ਨੂੰ ਇੱਕ ਦੂਜੇ ਦੇ ਨੇੜੇ ਲੈ ਆਈ। ਇਹ ਉਹੀ ਭੂ-ਭਾਗ ਹੈ ਜਿੱਥੇ ਅਸੀਂ ਅੱਜ ਭਾਰਤੀ ਰਹਿੰਦੇ ਹਾਂ। ਇਹ ਹੈ ਇੰਡੀਆ, ਜੋ ਏਸ਼ੀਆ ਮਹਾਂਦੀਪ ਦੇ ਵੱਲ ਤੇਜ਼ੀ ਨਾਲ ਵਧ ਰਿਹਾ ਸੀ। ਇਹਨਾਂ ਦੇ ਮਹਾਂਦੀਪਾਂ ਦੇ ਆਪਸ ਵਿੱਚ ਟਕਰਾਉਣ ਕਾਰਨ ਹਿਮਾਲਿਆ ਪਰਬਤ ਸ਼੍ਰੇਣੀ ਹੋਂਦ ਵਿੱਚ ਆਈ ਅਤੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਹੋਂਦ ਵਿੱਚ ਆਈ। ਇਹ ਪਰਬਤ ਸ਼੍ਰੇਣੀ ਇੰਨੀ ਉੱਚੀ ਸੀ ਕਿ ਇਸ ਨਾਲ ਮੌਸਮ ਦਾ ਪੈਟਰਨ ਬਦਲਣ ਲੱਗਾ, ਜਿਸ ਨਾਲ ਧਰਤੀ ਠੰਡੀ ਹੋਣ ਲੱਗੀ। ਇਸ ਪਰਬਤ ਸ਼੍ਰੇਣੀ ਤੋਂ ਨਿਕਲਣ ਵਾਲਾ ਪਾਣੀ ਅੱਗੇ ਕਈ ਨਦੀਆਂ ਦਾ ਨਿਰਮਾਣ ਕਰਨ ਲੱਗਾ। ਓਲੀਗੋਮੀਸੀਨ ਇਪੋਕ ਵਿੱਚ 3 ਕਰੋੜ ਸਾਲ ਪਹਿਲਾਂ ਗਲੋਬਲ ਕੂਲਿੰਗ ਹੋਈ। ਘਾਹ ਦੇ ਮੈਦਾਨ ਵਧਣ ਲੱਗੇ, ਜੰਗਲ ਘੱਟ ਹੋਣ ਲੱਗੇ। ਉਦੋਂ ਅਜਿਹੇ ਜਾਨਵਰ ਵਿਕਸਿਤ ਹੋਏ ਜੋ ਮੈਦਾਨਾਂ ਵਿੱਚ ਰਹਿ ਸਕਦੇ ਸੀ ਅਤੇ ਮਾਸਾਹਾਰੀ ਜੀਵ ਵੀ ਵਿਕਸਿਤ ਹੋਣ ਲੱਗੇ। 1 ਕਰੋੜ ਸਾਲ ਪਹਿਲਾਂ ਧਰਤੀ ਉਹ ਰੂਪ ਲੈਣ ਲੱਗੀ ਜੋ ਅੱਜ ਅਸੀਂ ਦੇਖਦੇ ਹਾਂ। ਧਰਤੀ ਦਾ ਵਾਤਾਵਰਣ ਲਗਭਗ ਅੱਜ ਦੇ ਟਾਈਮ ਵਰਗਾ ਬਣ ਚੁੱਕਾ ਸੀ, ਪਰ 40 ਲੱਖ ਸਾਲ ਪਹਿਲਾਂ ਧਰਤੀ ਦੀ ਟੈਕਟੋਨਿਕ ਪਲੇਟਸ ਵਿੱਚ ਫਿਰ ਤੋਂ ਹਲਚਲ ਹੋਈ ਤੇ ਅਫਰੀਕਾ ਦੇ ਪੂਰਬੀ ਇਲਾਕੇ ਵਿੱਚ ਇੱਕ ਨਵੀਂ ਪਰਬਤ ਸ਼੍ਰੇਣੀ ਦਾ ਨਿਰਮਾਣ ਹੋਇਆ। ਇਹ ਪਰਬਤ ਸ਼੍ਰੇਣੀ ਸੀ ਈਸਟ ਅਫਰੀਕਨ ਡ੍ਰਿਫਟ ਵੈਲੀ, ਜਿਸ ਕਾਰਨ ਇੱਥੋਂ ਦੇ ਹਰੇ ਭਰੇ ਜੰਗਲਾਂ ਵਿੱਚ ਆਉਣ ਵਾਲੀ ਮੌਸਮੀ ਹਵਾ ਤੇ ਪੂਰੀ ਤਰ੍ਹਾਂ ਰੁਕ ਗਈ ਤੇ ਇਸ ਕਾਰਨ ਇੱਥੋਂ ਦੇ ਜੰਗਲਾਂ ਵਿੱਚ ਵਰਖਾ ਆਉਣੀ ਬੰਦ ਹੋ ਗਈ। ਇਸੇ ਜੰਗਲਾਂ ਵਿੱਚ ਰਹਿੰਦੇ ਸਨ ਦਾ ਗ੍ਰੇਟ ਏਪਸ। ਇਹ ਹੈ ਸਾਡੇ ਪੂਰਵਜ ਪੈਰੋਲਾਪਿਥੇਕਸ। ਇਹ ਦਰੱਖਤਾਂ 'ਤੇ ਰਹਿੰਦੇ ਸਨ ਅਤੇ ਫਲ ਖਾਂਦੇ ਸੀ। ਭਾਰੇ ਹੋਣ ਕਾਰਨ ਇਹ ਇੱਕ ਦਰੱਖਤ ਤੋਂ ਦੂਜੇ ਦਰੱਖਤ ਤੱਕ ਝੂਲ ਕੇ ਜਾਂਦੇ ਸਨ। ਆਮ ਧਾਰਨਾ ਦੇ ਉਲਟ ਸਿੱਧੇ ਚੱਲਣ ਦੀ ਕਲਾ ਧਰਤੀ 'ਤੇ ਨੀਚੇ ਨਹੀਂ, ਸਗੋਂ ਟਾਹਣੀਆਂ 'ਤੇ ਵਿਕਸਿਤ ਹੋਈ।
ਦੋ ਪੈਰਾਂ 'ਤੇ ਚੱਲਣਾ ਏਪਸ ਦੀ ਖੋਜ ਸੀ। ਅੱਗੇ ਜਾ ਕੇ ਇਹ ਏਪਸ ਕੁਝ ਚਿੰਪੈਂਜੀ ਅਤੇ ਕੁਝ ਇਨਸਾਨਾਂ ਵਿੱਚ ਵਿਕਸਿਤ ਹੋ ਗਏ। ਉਹ ਪੂਰੇ ਅਫਰੀਕਾ ਵਿੱਚ ਫੈਲੇ ਹੋਏ ਸਨ। ਵਰਖਾ ਦੇ ਬੰਦ ਹੋਣ ਦਾ ਸਭ ਤੋਂ ਵੱਡਾ ਅਸਰ ਇਹਨਾਂ ਏਪਸ ਦੇ ਉੱਪਰ ਪਿਆ। ਜੰਗਲਾਂ ਦੇ ਸੁੱਕਣ ਕਾਰਨ ਇਹਨਾਂ ਨੂੰ ਭੋਜਨ ਦੀ ਸਮੱਸਿਆ ਆਉਣ ਲੱਗੀ। ਇਸ ਕਾਰਨ ਇਹ ਭੋਜਨ ਦੀ ਭਾਲ ਵਿੱਚ ਦਰੱਖਤਾਂ ਤੋਂ ਉਤਰ ਕੇ ਨੀਚੇ ਆ ਗਏ। ਇਹ ਹੈ ਐਡੀਪੈਥਿਕਸ। ਇਹ ਹਨ ਸਾਡੇ ਇਨਸਾਨਾਂ ਦੇ ਪੂਰਵਜ। ਇਹਨਾਂ ਨੇ ਧਰਤੀ 'ਤੇ ਪਹਿਲਾ ਕਦਮ ਰੱਖਿਆ ਅਤੇ ਇਹਨਾਂ ਕਾਰਨ ਅੱਜ ਅਸੀਂ ਚੰਨ 'ਤੇ ਵੀ ਆਪਣਾ ਕਦਮ ਰੱਖ ਸਕੇ ਹਾਂ। ਇਹਨਾਂ ਦਾ ਦਿਮਾਗ ਸੰਤਰੇ ਜਿੰਨਾ ਵੱਡਾ ਸੀ। ਇਹਨਾਂ ਦੀ ਹਾਈਟ 4 ਫੀਟ ਤੱਕ ਸੀ। ਇਹ ਸਾਡੇ ਵੰਸ਼ ਦੇ ਪਹਿਲੇ ਸਿੱਧੇ ਚੱਲਣ ਵਾਲੇ ਜੀਵ ਸਨ। ਦੋ ਪੈਰਾਂ 'ਤੇ ਤੁਰਨ ਕਾਰਨ ਊਰਜਾ ਘੱਟ ਖਰਚ ਹੁੰਦੀ ਸੀ ਅਤੇ ਇਹ ਚੱਲਦੇ ਹੋਏ ਖਾ ਵੀ ਸਕਦੇ ਸਨ, ਦੂਰ ਤੱਕ ਵੇਖ ਵੀ ਸਕਦੇ ਸਨ। ਸਮੇਂ ਦੇ ਨਾਲ ਵਿਕਾਸ ਹੁੰਦਾ ਗਿਆ। 23 ਲੱਖ ਸਾਲ ਪਹਿਲਾਂ ਸਾਡੇ ਪੂਰਵਜਾਂ ਦਾ ਦਿਮਾਗ ਕਾਫੀ ਵੱਡਾ ਹੋ ਗਿਆ ਸੀ। ਇਹ ਹਨ ਹੋਮੋ ਰੈਬੀਲੀਅਸ। ਇਹਨਾਂ ਨੇ ਪਹਿਲੀ ਵਾਰ ਪੱਥਰ ਨੂੰ ਹਥਿਆਰ ਵਾਂਗ ਯੂਜ਼ ਕੀਤਾ। ਪੱਥਰ ਨੂੰ ਹਥਿਆਰ ਵਾਂਗ ਯੂਜ਼ ਕਰਨ ਕਾਰਨ ਅੰਗੂਠੇ ਨੂੰ ਮਜ਼ਬੂਤੀ ਮਿਲੀ। ਸਮਾਂ ਬੀਤਣ ਦੇ ਨਾਲ ਸਾਡੇ ਪੂਰਵਜ ਸਮੂਹ ਵਿੱਚ ਰਹਿਣ ਲੱਗੇ ਅਤੇ ਸਮੂਹ ਵਿੱਚ ਸ਼ਿਕਾਰ ਕਰਨ ਲੱਗੇ। ਇਹ ਹਨ ਹੋਮੋ ਇਰਿਕਟਸ। ਇਹ ਜਾਨਵਰਾਂ ਤੋਂ ਵੱਧ ਹੁਸ਼ਿਆਰ ਸਨ। ਇਹਨਾਂ ਨੇ ਸਭ ਤੋਂ ਪਹਿਲਾਂ ਅੱਗ ਦਾ ਪ੍ਰਯੋਗ ਕਰਨਾ ਸਿੱਖਿਆ। ਅੱਗ ਦਾ ਪ੍ਰਯੋਗ ਸਾਡੇ ਪੂਰਵਜਾਂ ਦੀ ਬਹੁਤ ਵੱਡੀ ਖੋਜ ਸੀ। ਇਹ ਉਹਨਾਂ ਨੂੰ ਗਰਮੀ, ਰੌਸ਼ਨੀ ਅਤੇ ਜਾਨਵਰਾਂ ਤੋਂ ਬਚਾਉਂਦੀ ਸੀ। ਇਹ ਅੱਗ 'ਤੇ ਆਪਣਾ ਖਾਣਾ ਪਕਾ ਕੇ ਖਾਣਾ ਸਿੱਖ ਗਏ ਸਨ। ਖਾਣਾ ਪਕਾ ਕੇ ਖਾਣ ਨਾਲ ਭੋਜਨ ਨੂੰ ਚਬਾਉਣ ਅਤੇ ਪਚਾਉਣ ਵਿੱਚ ਘੱਟ ਊਰਜਾ ਲੱਗਦੀ ਸੀ, ਜਿਸ ਕਾਰਨ ਇਹ ਊਰਜਾ ਇਹਨਾਂ ਦੇ ਦਿਮਾਗ ਵਿੱਚ ਖਰਚ ਹੋਣ ਲੱਗੀ। 2 ਲੱਖ ਸਾਲ ਪਹਿਲਾਂ ਇਨਸਾਨ ਨੇ ਆਪਣਾ ਉਹ ਰੂਪ ਲੈ ਲਿਆ ਸੀ ਜੋ ਅੱਜ ਅਸੀਂ ਹਾਂ। ਆਵਾਜ਼ ਦੀ ਨਲੀ ਜੋ ਉੱਪਰ ਵੱਲ ਸੀ ਉਹ ਹੁਣ ਨੀਚੇ ਆ ਗਈ ਸੀ। ਹੁਣ ਅਸੀਂ ਜ਼ਿਆਦਾ ਜਟਲ ਆਵਾਜ਼ਾਂ ਕੱਢ ਸਕਦੇ ਸੀ। ਅਸੀਂ ਬੋਲਣਾ ਸ਼ੁਰੂ ਕਰ ਦਿੱਤਾ। ਪਹਿਲੀ ਵਾਰ ਇੱਕ ਜਾਣਕਾਰੀ ਇਨਸਾਨ ਤੋਂ ਦੂਸਰੇ ਇਨਸਾਨ ਤੱਕ, ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚਣ ਲੱਗੀ। ਇਹ ਉਹੀ ਆਖਰੀ